ना जी रात सोने ना दिन ना जी हमें को खाने ना पीने जड़ सो गया जड़ सो गया एक पुत्र मार गया मेरा एक पुत्र मारा गया मेरे कख नहीं रह गया। नाज़रीन आपका उस्मीर आज आपकी खिदमत में हाजिर है। थाना फैक्ट्री एरिया के इलाका बुल्ले गांव में एक नौजवान की रात के तकरीबन 2 से 2:30 बजे एक गली से नाश बरामद होती है। उसको क्या उसकी तिबी मौत होती है या उसको कत्ल किया जाता है। ये बूढ़े माँ बाप इस वक्त मेरे साथ मौजूद हैं। इनसे जानते हैं कि इनके बेटे की जो मौत है वो कैसे वाकया हुई, क्या उसका उनका कोई दुश्मन था या इसके पीछे को मोर का कुछ और है। जी अस्सलाम वालेकुम माँ जी। वालेकुम सलाम पुत्र। माँ जी बहुत ज्यादा अफसोस होया है कि जो ਤੁਹਾਡੇ ਪੁੱਤਰ ਦੇ ਨਾਲ ਹੋਇਆ है। मैं पुत्र मर गया मेरा मैं हो गया तो नमाज पढ़ के निकल गया। हाँ किसी ने पता नहीं की कीता है। अच्छा घरों किथे गया ਸੀ ਤੁਹਾਨੂੰ ਕੀ ਕਹਿ ਗਿਆ ਸੀ। घर भी गया नहीं रोजा खो के रोटी खा के निकल गया। अच्छा ਤੁਹਾਨੂੰ ਦੱਸ ਕੇ ਨਹੀਂ ਗਿਆ मैं ਕਿਤੇ ਚੱਲਾਂ। नहीं हाँ मुझे बाहर निकल जाता बह जाता सी। अच्छा जी तो निकल गया मैं क्या उड़े आ जाएगा। हाँ वो कोई नहीं आया। ठीक है। वो पता नहीं किसे फोन किया वो मुंडा निकल गया करे सानू कोई पता नहीं। हाँ मैं सड़की वेले उठ के बुआ वेख्या ते मां ते कोई नहीं आया। अच्छा मैं फिर उधर गई मैं क्या पानी पीना की हुंदा पिया है। पानी नहीं पीता हाले कमरा नहीं खलोती ਅੱਛਾ ਤੁਹਾਡਾ ਪੁੱਤਰ ਇਸ ਤੋਂ ਪਹਿਲੇ ਵੀ ਕਦੀ ਰਾਤ ਨੂੰ ਬਾਹਰ ਰਹਿ ਲੈਂਦਾ ਸੀ। बहुत बहता सी दुकान ते तो मैं घर आ जाता सी। अच्छा चाहे तो सारे घर बहता सी ते ओ जैसे मैं पानी नहीं पीता हाले हाँ ते रोजा भी नहीं रखा हाले उठी गया। हाँ ते मुंडा आया है हाँ ਉਹਨੇ ਆਖਿਆ ਮਾਂ ਤਾਂ ਮਰ ਗਿਆ। अच्छा ਮੈਂ ਤੇ ਪੇਟ ਦੀ ਬਾਹਰ ਨਿਕਲ ਗਈ। ठीक है। ਨਸੀਆਂ ਜਿਹੜੇ ਅੱਗੇ ਮੁੰਡੇ ਉੱਥੇ ਖੋਤੇ ਨੇ हाँ ਉਹ ਤੇ ਪੇਟ ਦੀ ਉਹਦੇ ਵਾਲੀ ਮਰ ਗਿਆ ਪੁੱਤਰ ਮੇਰਾ ਗਰੀਬ ਨੇ ਦਾ ਮੇਰੀ ਕੋਈ ਹੋਸ਼ ਨਹੀਂ ਆਈ ਮੇਰਾ ਕੋਈ ਪੁੱਤਰ ਨਹੀਂ ਨਿਕਲ ਜਾ ਰਹੇਗਾ ਉਹਨੇ ਤਾਂ ਲੋਕਾਂ ਮਾਰ ਦਿੰਦਾ। अच्छा ਤੁਹਾਡਾ ਪੁੱਤਰ ਸ਼ਾਦੀशुदा ਸੀ। ਹਾਂਜੀ ਆ ਬੇਟਾ ਇੱਕ ਕਿੰਨੇ ਬੱਚੇ ਨੇ ਤੁਹਾਡੇ ਪੁੱਤਰ ਦੇ। ਉਹ ਬੇਟਾ ਹਾਂ ਇੱਕ ਉਹ ਛੋਟਾ ਬੇਟਾ ਹੈ। ਅੱਛਾ ਦੋ ਬੇਟੇ ਨੇ। ਅੱਛਾ ਤੁਹਾਡੀ ਗਲੀ ਤੋਂ ਬੈਕ ਸਾਈਡ ਤੋਂ ਪਿਛਲੀ ਗਲੀ ਤੋਂ ਲਾਸ਼ ਬਰਾਮਦ ਹੋਈ ਸੀ। ਹਾਂਜੀ ਆ ਜਿਹੜੀ ਪਿਛਲੀ ਗਲੀ ਹੈ ਠੀਕ ਹੈ। ਆ ਦੁਕਾਨ ਹੈਗੀ ਹਾਂ ਇਹਦੇ ਅੱਜ ਪਿੱਛੇ ਪਈ ਠੀਕ ਹੈ। ਨਾਚ ਜਿਹਨੇ ਤੁਹਾਨੂੰ ਆ ਕੇ ਦੱਸਿਆ ਸੀ ਕਿ ਤੁਹਾਡਾ ਪੁੱਤਰ ਫੌਤ ਹੋ ਗਿਆ ਹੈ, ਉਹ ਕੌਣ ਸੀ। ਉਹ ਮੁੰਡਾ ਸੀ ਇਹਦੇ ਸਾਲੇ ਦਾ ਮਾਤਰੇ ਸਾਲੇ ਦਾ। ਅੱਛਾ ਉਹਨੇ ਆਣ ਕੇ ਮੈਂ ਇੱਥੇ ਖਲੋਤੀ ਆ। ਤੁਹਾਡੇ ਪੁੱਤਰ ਦੀ ਸ਼ਾਦੀ ਵੀ ਇਸੇ ਪਿੰਡ ਹੀ ਹੋਈ ਹੈ। ਉਹਨੇ ਤਾਂ ਘਰ ਹੀ ਹੋਈ ਆ ਸਾਲਾ ਇਸੇ ਪਿੰਡ ਹੀ ਹੋਈ ਹੈ। ਹਾਂਜੀ ਅੱਛਾ ਉਹ ਮੈਂ ਜਦੋਂ ਪਾਣੀ ਪੀਤਾ ਹੀ ਨਹੀਂ। ਅੱਜ ਇੱਕ ਬੂਆ ਵੇਖ ਕੇ ਇਹ ਮਾਤ ਨਹੀਂ ਆ ਕੁੰਡੀ ਦੀ ਬੱਚੀ। ਅੱਛਾ ਮੈਂ ਬਰਾਂਡੇ ਹੀ ਗਈ ਆ। ਉਹ ਐਡਾ ਕੋ ਮੁੰਡਾ ਆ ਗਿਆ ਭੱਜ ਕੇ। ਠੀਕ ਹੈ। ਉਹਨੇ ਆਖਿਆ ਮੈਂ ਤਾਂ ਮਰ ਗਿਆ। ਹਾਂ ਉਹ ਮੇਰੀ ਤੇ ਜਾਈ ਕੋਈ ਨਹੀਂ ਸੀ। ਠੀਕ ਹੈ। ਮੈਂ ਤਾਂ ਤੜਫਦੀ ਨੱਸ ਗਈ ਬਾਹਰ। ਅੱਛਾ ਕੱਲਾ ਕੱਲਾ ਪੁੱਤਰ ਹੈ ਤੁਹਾਡਾ। ਕੱਲਾ ਹੀ ਪੁੱਤਰ ਠੀਕ ਹੈ। ਨੱਸ ਗਈ ਬਾਹਰ ਅੱਗੇ ਗਈ ਉੱਥੇ ਤੇ ਵੇਖਿਆ ਸਾਡੀ ਵੇਲੀ ਉਹ ਢੋਲ ਕੱਜਿਆ। ਉਹਦਾ ਕਪੜਾ ਲਾਇਆ ਢੋਲ ਭਾਈ ਅਠਾਣ ਹੁੰਦਾ। ਅੱਛਾ ਅੱਗੇ ਵੇਖਿਆ ਤੇ ਮੁੰਡੇ ਖੜੇ ਉਹਦੇ ਜਾ ਕੇ ਪਿੱਟੀ ਮੇਰਾ ਇੱਕੋ ਪੁੱਤਰ ਮਾਰਿਆ ਗਿਆ ਮੇਰੇ ਕੱਖ ਨਹੀਂ ਰਹਿ ਗਿਆ। ਅੱਛਾ ਤੁਹਾਡੇ ਪੁੱਤਰ ਦੀ ਕਿਸ ਤਰ੍ਹਾਂ ਦੁਸ਼ਮਣੀ ਸੀ। ਨਾ ਬਾਹਰ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਤੇ ਕੀ ਹੋ ਸਕਦਾ ਕੌਣ ਮਾਰ ਸਕਦਾ ਤੁਹਾਡੇ ਪੁੱਤਰ ਪਤਾ ਨਹੀਂ ਹੈਗਾ। ਪਤਾ ਨਹੀਂ ਲੱਗਿਆ ਨਾ ਲੜਿਆ ਨਾ ਕਿਸੇ ਨਾਲ ਧੋਖਾ। ਅੱਛਾ 4 ਦਿਨ ਖੂਬ ਹੈ ਉੱਥੇ ਛੇਪਰੇ ਸੜਕ ਦੇ 4 ਦਿਨ ਉੱਥੇ ਅੱਛਾ 4 ਰੋਜ਼ੇ ਰੱਖੇ ਸੂ। ਇੱਥੇ ਆ ਕੇ ਰੋਜ਼ਾ ਚੌਥਾ ਖੋਲਿਆ ਸੂ। ਠੀਕ ਹੈ। ਆਂਦਾ ਬੇਬੇ ਅੱਜ ਚੌਥਾ ਰੋਜ਼ਾ ਅੱਜ ਮੇਰੇ 4 ਹੀ ਰੋਜ਼ੇ। ਅੱਛਾ ਮੈਂ ਕਿਹਾ ਮੇਰੇ ਵੀ 4 ਨੇ ਤੇਰੇ ਪਿਓ ਦੇ ਵੀ 4 ਹੀ ਨੇ। ਹਾਂ ਠੀਕ ਹੈ। ਫਿਰ ਬਾਅਦ ਰੋਟੀ ਖਾਧੀ ਰੋਜ਼ਾ ਖੋਲਿਆ ਨਿਕਲ ਗਿਆ ਬਾਹਰ। ਮੈਂ ਤਾਂ ਨਮਾਜ਼ ਪੜ੍ਹਨ ਲੱਗੀ ਸ਼ਾਮ ਦੀ ਮੈਨੂੰ ਨਹੀਂ ਪਤਾ ਉੱਥੋਂ ਰੋਟੀ ਖਾ ਕੇ ਬਾਹਰ ਨਿਕਲ ਗਿਆ। ਨਹੀਂ ਪਤਾ ਕੀਤਾ ਕਿ ਮੈਂ ਭੁੱਲ ਜਾਂਦਾ ਆ ਜਾਣਾ ਤੇ ਦੁਕਾਨ ਤੇ ਬੈਠਾ ਹੈ। ਪੁੱਤਰ ਨੂੰ ਕਿਹਾ ਸਾਧ ਲਿਆ ਕਰ ਸੱਦ ਕੇ ਕਿਸੇ ਪੁੱਤਰ ਤੁਹਾਡਾ ਕਰਦਾ ਕੀ ਸੀ। ਪੁੱਤਰ ਮੇਰੀ ਵਾਈ ਬੰਨੀ ਹੈ ਉਹ ਛੇਪਰੇ ਸੜਕ ਦੇ ਸੇਵਾ ਦੇ ਕੋਲ। ਅੱਛਾ ਚਲੋ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਪੁੱਤਰ ਦੀ ਜਿਹੜਾ ਫੌਤ ਹੋ ਗਿਆ ਫਿਰ ਉਸ ਤੋਂ ਬਾਅਦ ਤੁਸੀਂ ਕੀ ਕੀਤਾ। ਉਹ ਤੋਂ ਬਾਅਦ ਫਿਰ ਮੁੰਡੇ ਨੇ ਚੁੱਕ ਕੇ ਲੈ ਆਂਦਾ। ਅੱਛਾ ਮੈਂ ਪਿੱਛੇ ਹੀ ਪਿੱਟਦੀ ਆਈ ਆ। ਹਾਂ ਮਰੀ ਆ ਵੇਖੋ ਕਰ ਲੈਂਦਾ। ਹਾਂ ਹਾਂ ਆ ਕਿਰੇ ਵੱਜੀਆਂ ਕੰਧ ਨਾਲ ਕੋਈ ਪਤਾ ਨਹੀਂ। ਘਰ ਲਿਆਂਦਾ ਹੈ ਨਾ ਇਹਦਾ ਵੇਲੇ ਚ ਪੰਜੀ ਪਈ ਹੈ। ਮੂੰਹ ਪੁੱਤਰ ਦਾ ਠੰਡਾ ਫੇਰ ਆਖਿਆ ਚੁੱਕ ਬਰਾਂਡਾ ਹੀ ਕਰੋ। ਅੱਛਾ ਮੇਰੇ ਪੁੱਤਰ ਨੂੰ ਬਰਾਂਡਾ ਹੀ ਕਰੋ। ਇਹ ਬਰਾਂਡਾ ਹੀ ਵੱਜੀ ਸੀ ਫੇਰ ਪਿੱਟੀ ਰਹੀ ਆ ਪੁੱਤਰ ਮਰ ਗਿਆ। ਪੁੱਤਰ ਮੇਰਾ ਮਰ ਗਿਆ ਕੋਈ ਮੇਰੀ ਹੋਸ਼ ਹੈ ਕੋਈ ਸੀ।
ਆ ਕੁੜੀਆਂ ਨੂੰ ਫੋਨ ਕੀਤਾ, ਪਹਿਲਾਂ ਅੱਜ ਕੀਤਾ ਕਿ ਮਨ ਬਿਮਾਰ ਹੈ, ਇਹ ਮਰੀਜ਼ ਕੇ ਸਨ। अच्छा माँ जी, ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਪੁੱਤਰ ਨੂੰ ਕਿਸੇ ਨੇ ਕਤਲ ਕੀਤਾ ਹੈ? ਹਾਂਜੀ ਹਾਂ, ਮਾਰਿਆ। ਮਾਰਿਆ ਕਿਸੇ ਨੇ? ਹਾਂਜੀ ਸ਼ੱਕ ਹੈ ਕਿਸੇ ਤੇ? ਹਾਂਜੀ, ਸ਼ੱਕ ਬੰਦਿਆਂ ਦੇ ਨਹੀਂ ਹੈਗਾ, ਕੋਈ ਸਮਝ ਹੀ ਨਹੀਂ। ਅੱਛਾ, ਇਹ ਤਾਂ ਪੁਲਿਸ ਦਾ ਕੰਮ ਹੈ ਪਤਾ ਕਰੇ ਕਿਨੇ ਮਾਰਿਆ ਹੈ। ਉਹ ਆਖਿਆ ਹੁਣ ਲੱਭੋ ਨਾਲ ਮਿਲ ਕੇ ਅੱਛਾ ਕਾਤਲੀ, ਤੇਰੇ ਮਾਰ ਗਿਆ, ਕਤਲ ਕਰ ਗਿਆ, ਮੈਨੂੰ ਮਾਰ ਕੇ ਸੁੱਟ ਗਿਆ। ਅੱਛਾ ਮਾਂ ਜੀ, ਵੇਖੋ ਮਰੀਮ ਨਵਾਜ਼ ਤੁਹਾਡੀ ਧੀਆਂ ਵਰਗੀ ਹੈ, ਹਾਂਜੀ ਉਹ ਇਸ ਟਾਈਮ ਵਜ਼ੀਰੇ ਆਲਾ ਪੰਜਾਬ ਦੀ, ਉਹਨੂੰ ਹਾਂਜੀ। ਕਹੋ ਕਿ ਤੁਹਾਡਾ ਪੁੱਤਰ ਨਹਾਕ ਕਿਸੇ ਨੇ ਮਾਰ ਦਿੱਤਾ ਹੈ ਹਾਂਜੀ ਤੇ ਤੁਹਾਨੂੰ ਤਾਂ ਇਨਸਾਫ ਚਾਹੀਦਾ ਹੈ। ਆਈ ਹਾਂਜੀ। ਪੰਜਾਬ ਸਾਹਿਬ ਵੀ ਤੁਹਾਨੂੰ ਵੇਖ ਰਹੇ ਨੇ, ਅੱਛਾ, ਦੱਸੋ ਜਰਾ ਮਰੀਮ ਸਾਹਿਬਾਂ ਨੂੰ ਕਹੋ ਮੇਰਾ ਪੁੱਤਰ ਦਾ ਇਨਸਾਫ ਚਾਹੀਦਾ ਮੈਨੂੰ। ਤੇ ਮੈਂ ਉਹਨੂੰ ਕਿੱਥੋਂ ਮਿਲਾਂ? ਇਹਦੇ ਵਿੱਚ ਤੁਹਾਡਾ ਪੈਗਾਮ ਜਾਏਗਾ। ਅੱਛਾ ਹਾਂ ਹਾਂ, ਮੈਂ ਬੜੀ ਆਵਾਜ਼ਾਂ, ਮੈਂ ਮੋਇਆ ਦਾ ਭਰਾ ਦੀ ਪੁੱਤਰਾ, ਮੇਰੇ ਕੋਈ ਬੱਚਾ ਮਾਰ ਦਿੰਦੇ ਲੋਕਾਂ, ਕੋਈ ਮੈਨੂੰ ਸਮਝ ਨਹੀਂ ਲੱਗਦੀ, ਨਾ ਦੀ ਰਾਤ ਸੁਣਿਆ ਨਾ ਦਿਨ, ਨਾ ਦੀ ਆਵੇ ਕੋ ਖਾਣੇ ਨਾ ਪੀਣੇ ਛੱਡ ਸੋ ਇਹ ਤਾਂ ਹੋ ਗਿਆ, ਇੱਕੋ ਪੁੱਤਰ ਮਰ ਗਿਆ, ਮੇਰੀ ਨਦੀ ਹੋ ਗਈ, ਮੇਰੀ ਕਿਆਮਤ आ गई, मेरी दूर डूब गई, मेरी नाज़रीन, माँ को सिवाय रोने के कुछ भी नजर नहीं आता, क्योंकि इसकी कुल कायनात, इसका अकेला और अकलौता जो बेटा था वो भी किसी ने ना हक उसे मार दिया और मार्केट की पिछली गली में ही फेंक दिया गया। जैसे बताया जाता है कि 2 बच्चे हैं इनके बेटे के, वो भी अभी जवान ही था। इसके पीछे मोरकत क्या है ये तो पुलिस को पता करना चाहिए कि उस जो इनका बेटा है उसका आखिर कसूर क्या है, उसको नाहक कत्ल क्यों किया गया। वो घर से निकला और वापस दोबारा घर नहीं आया। माँ की इस वक्त कंडीशन नहीं है कि वो तफसील बता सके, बूढ़ा बाप है वो सुन नहीं सकता। इस बूढ़ी उम्र में, इस बुढ़ापे में जवान बेटे की मैयत देखने को जिस माँ बाप को मिले, उनके दिल के ऊपर क्या बीतेगी। अभी जो एक हमारी रियासत है वो माँ का दर्जा रखती है, एक तरफ इधर भी माँ अपने बेटे से महरूम होकर बैठी है, जो हमारी रियासत है वो भी एक माँ का दर्जा रखती है। पता करते हैं कि जो हमारी रियासत है वो इनके बेटे को, जिसको नहाक कत्ल किया गया, उनके जो कातिल हैं ढूंढ पाती है कि नहीं ढूंढ पाती है। और ये जिला शेखपुरा जो थाना फैक्ट्री एरिया की हदूद है, और हमें इंतजार रहेगा इस बूढ़े माँ बाप को इंसाफ मिलता है कि नहीं मिलता। बाकी और भी दूसरे भी घर वाले लोग हैं, उनसे भी बात करेंगे, तफसील जानने की कोशिश करेंगे, क्योंकि हम अपनी भी इन्वेस्टिगेशन करेंगे कि वो कैसे, किस तरह से, वो कैसा नौजवान था। जब से वो मालाधारों से हमें मालूम हुआ कि वो जो बहुत ही नेक दिल और शहजादा किस्म का इंसान था, जी बच्चा, और लोग उसको अच्छे लफ्जों में भी याद करते हैं। तो बाकी दूसरे लोगों से भी मिलते हैं कि वो तफसील हमें क्या बताते हैं कि इसके पीछे मोरकात क्या हो सकते हैं, ताकि कोई ऐसा क्लू मिले और जो कातिलों तक पुलिस को भी पहुंचना आसान हो जाए। मिलते हैं अगली वीडियो में, आप और हम सब कल आने के बाद।